हाँ जी बेटा, जिमें कि तुहानूं पता ही है कि ਅਸੀਂ ਡੇਲੀ ਕੋਈ ਨਾ ਕੋਈ ਸਟੈਟਸ ਦਾ ਕੁਐਸਚਨ ਡੇਲੀ ਆਪਾਂ ਕਰ ਰਹੇ ਹਾਂ। ਸੋ ਉਸੀ ਸੀਰੀਜ਼ ਨੂੰ ਕੰਟੀਨਿਊ ਕਰਦੇ ਹੋਏ ਅੱਜ ਮੈਂ ਸੋਚਿਆ ਕਿ ਤੁਹਾਡੇ ਨਾਲ ਆਪਾਂ ਇੱਕ ਮੋਡ ਦਾ ਕੁਐਸਚਨ ਡਿਸਕਸ ਕਰ ਲਈਏ ਕਿ 6 ਨੰਬਰਾਂ ਦੇ ਕੁਐਸਚਨ ਦੇ ਵਿੱਚ ਮੋਡ ਦਾ ਕੁਐਸਚਨ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇੰਟਰਵਲ ਤੁਹਾਨੂੰ ਦਿੱਤੇ ਹੋਏ ਆ, ਲਾਈਫ ਟਾਈਮ ਐਂਡ ਫ੍ਰੀਕੁਐਂਸੀ। ਸੋ ਇਹਦੇ 'ਚ ਕੀ ਆ ਕਿ ਤੁਹਾਨੂੰ ਦਿੱਤਾ 0 ਤੋਂ 20, 20 ਤੋਂ 40, 40 ਤੋਂ 60, 60 ਤੋਂ 80, 80 ਤੋਂ 100 ਐਂਡ 100 ਤੋਂ 120 ਇਹਨਾਂ ਸਭ ਦੀ ਫ੍ਰੀਕੁਐਂਸੀ ਦੇ ਦਿੱਤੀ। ਮੋਡ ਨੂੰ ਆਪਾਂ Z ਦੇ ਨਾਲ ਡਿਨੋਟ ਕਰਦੇ ਹਾਂ ਔਰ ਜਿਹੜਾ ਤੁਹਾਡਾ ਮੋਡ ਦਾ ਫਾਰਮੂਲਾ ਹੈ ਇਹ ਬਿਲਕੁਲ ਸਾਹਮਣੇ ਲਿਖਿਆ ਜਿਵੇਂ ਤੁਸੀਂ ਦੇਖ ਸਕਦੇ ਹੋ, L plus F1 minus F0 over 2F1 minus F0 minus F2 into H। ਸੋ ਇਸੀ ਲੜੀ ਮੁਤਾਬਕ ਜਿਵੇਂ ਆਪਾਂ ਮੇਨ 'ਚ ਵੀ ਕਰ ਚੁੱਕੇ ਹਾਂ, ਮੀਡੀਅਮ 'ਚ ਵੀ ਕਰ ਚੁੱਕੇ ਹਾਂ, ਮੋਡ ਵਿੱਚ ਵੀ ਕਰ ਚੁੱਕੇ ਹਾਂ ਕਿ ਮਤਲਬ ਹਰ ਵਾਰੀ ਅਸੀਂ ਪਹਿਲਾਂ CI ਨੂੰ ਉਤਾਰ ਲੈਣਾ, ਫਿਰ FI ਨੂੰ ਉਤਾਰ ਲੈਣਾ। ਹਰ ਵਾਰੀ ਕਾਮਨ ਕੁਐਸਚਨ CI FI ਆਪਾਂ ਸਾਰੇ ਉਤਾਰ ਲਏ। CI FI ਉਤਾਰਨ ਤੋਂ ਬਾਅਦ ਸਾਡਾ ਜਿਹੜਾ ਹੁਣ ਕੁਐਸਚਨ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਉਹ ਹੈਗਾ ਮੋਡ। ਮੋਡ ਦੇ ਲਈ ਅਸੀਂ ਕੀ ਕਰਾਂਗੇ, ਮੋਡ ਜਿਵੇਂ ਕਿ ਤੁਹਾਨੂੰ ਡੈਫੀਨੇਸ਼ਨ ਤੋਂ ਹੀ ਨਾਮ ਕਲੀਅਰ ਹੈ, ਮੋਡ ਦਾ ਮਤਲਬ ਹੈਗਾ ਵੈ ਜਿਹੜੀ ਚੀਜ਼ ਬਹੁਤ ਜ਼ਿਆਦਾ ਵਾਰ ਆ ਰਹੀ ਹੋਵੇ। ਉਹਦੇ ਲਈ ਪਹਿਲਾਂ ਅਸੀਂ ਟੋਟਲ ਕੱਢ ਲੈਂਦੇ ਹਾਂ, ਜੇ ਤਾਂ ਟੋਟਲ ਦਿੱਤਾ ਤਾਂ ਵਧੀਆ, ਨਹੀਂ ਦਿੱਤਾ ਤਾਂ ਤੁਸੀਂ ਐਵੇਂ ਇਹਨੂੰ ਜੋੜ ਕੇ ਆਪਣਾ ਟੋਟਲ ਨਿਕਾਲ ਸਕਦੇ ਹੋ। ਜਿਵੇਂ ਆ ਦੇਖੋ ਇਹਨਾਂ ਸਭ ਨੂੰ ਜੋੜ ਲਿਆ ਆਪਾਂ ਇੱਕ ਕਰਕੇ, ਇਹਨਾਂ ਦਾ ਜੋੜ ਆ ਗਿਆ ਤੁਹਾਡਾ 225। ਕਈ ਵਾਰ ਤੁਹਾਨੂੰ ਕੁਐਸਚਨ ਦਿੱਤਾ ਹੁੰਦਾ ਕਿ ਉਹਦੀ ਲਾਈਫ ਇੰਨੀ ਹੈ 225 ਹੈ ਨਾ, 225 ਬਲਬਾਂ ਦੀ ਲਾਈਫ ਦੇ ਦਿੱਤੀ ਅਤੇ ਉਹਨੂੰ ਕੁਐਸਚਨ ਨੂੰ ਅਸੀਂ ਕੰਟੀਨਿਊ ਕਰਦੇ ਹਾਂ ਇਸੇ ਤਰੀਕੇ ਦੇ ਨਾਲ। ਸੋ ਇਹੀ ਜਿਹੜੀ ਸੀਰੀਜ਼ ਆ ਇਹਨੂੰ ਅਸੀਂ ਕੰਟੀਨਿਊ ਕਰਦੇ ਕਰਦੇ ਅਸੀਂ ਕੀ ਕਰਾਂਗੇ, ਸਾਨੂੰ ਪਤਾ ਕਿ ਜਿਹੜਾ ਮੋਡ ਹੈ, ਮੋਡ ਬੇਸਿਕਲੀ ਹੁੰਦਾ ਕਿ ਉਹ ਟਰਮ ਜਿਹੜੀ ਬਹੁਤ ਜ਼ਿਆਦਾ ਵਾਰ ਆ ਰਹੀ ਹੈ, ਬਹੁਤ ਜ਼ਿਆਦਾ ਵਾਰੀ। ਹੁਣ ਇਹਦੇ ਚੱਕਰ 'ਚ ਤੁਹਾਨੂੰ ਕਈ ਵਾਰੀ ਅੱਜ ਕੱਲ੍ਹ ਇੱਕ ਨਵਾਂ ਕੁਐਸਚਨ ਆਉਣ ਲੱਗਿਆ ਮੋਡਲ ਕਲਾਸ। ਤੁਹਾਨੂੰ ਪੁੱਛਣ ਲੱਗੇ ਕਿ ਮੋਡਲ ਕਲਾਸ ਦੱਸੋ, ਮੋਡਲ ਕਲਾਸ ਕਿਹੜੀ ਹੈ। ਬਸ ਜਿਹੜੀ ਲਾਈਨ ਦੇ ਵਿੱਚ ਮੋਡ ਹੋਏਗਾ ਉਹੀ ਲਾਈਨ ਤੁਹਾਡੀ ਮੋਡਲ ਕਲਾਸ ਹੋਏਗੀ। ਸੋ ਅਸੀਂ ਪਹਿਲਾਂ ਮੋਡ ਲੱਭਣ ਦੇ ਲਈ ਇੱਕ ਇੰਟਰਵਲ ਸਿਲੈਕਟ ਕਰਾਂਗੇ। ਸੋ ਉਹ ਜਿਹੜਾ ਇੰਟਰਵਲ ਹੋਏਗਾ ਉਹੀ ਤੁਹਾਡੀ ਮੋਡਲ ਕਲਾਸ ਬਣ ਜਾਏਗੀ। ਸੋ ਇੱਕ ਨੰਬਰ 'ਚ ਕੋਮਨਲੀ ਸਾਨੂੰ ਪੁੱਛ ਲੈਂਦੇ ਨੇ ਕਿ ਦੱਸੋ ਇਸ ਸੀਰੀਜ਼ ਦੇ ਵਿੱਚ ਮੋਡਲ ਕਲਾਸ ਕਿਹੜੀ ਆ। ਸੋ ਉਹਨੂੰ ਕੱਢਣ ਦੇ ਲਈ ਅਸੀਂ ਇਹੀ ਸਟੈਪ ਹਰ ਵਾਰੀ ਫੋਲੋ ਕਰਾਂਗੇ। ਹੁਣ ਜਿਵੇਂ ਇਸ ਕੁਐਸਚਨ ਦੇ ਵਿੱਚ ਅਸੀਂ ਸਿਰਫ ਮੋਡ ਕੱਢਣਾ ਔਰ ਮੋਡ ਸਭ ਤੋਂ ਈਜ਼ੀਐਸਟ ਕੁਐਸਚਨ ਆ ਪੂਰੇ ਸਟੈਟਸ ਦਾ। ਮਤਲਬ ਇਹਦੇ ਵਿੱਚ ਕੁਛ ਵੀ ਨਹੀਂ ਕਰਨਾ, ਕੋਈ ਵੀ ਇੱਦਾਂ ਦੀ ਟਰਮੋਲੋਜੀ ਨਹੀਂ ਹੈਗੀ ਜਿਹੜੀ ਡਿਫੀਕਲਟ ਹੋਊਗੀ ਅਤੇ ਆਪਾਂ ਉਹਨੂੰ ਸਾਨੂੰ ਪਤਾ ਲੱਗੇ। ਹੁਣ ਇਹਦੇ ਦੇਖੋ ਬਸ ਇੱਕੋ ਚੀਜ਼ ਦੇਖਣੀ ਹੈ ਕਿ ਇਹਦੇ 'ਚ ਸੀਰੀਜ਼ ਤੁਹਾਡੀ ਕੰਟੀਨਿਊਸ ਹੋਵੇ। ਜਿਵੇਂ 20 ਤੋਂ ਖਤਮ ਹੋਈ ਹੈ ਤਾਂ ਅਗਲੀ ਟਾਈਮ ਤੁਹਾਡੀ 20 ਤੋਂ ਸ਼ੁਰੂ ਹੋਣੀ ਬੜੀ ਜ਼ਰੂਰੀ ਆ। ਜੇ ਨਹੀਂ ਹੈ ਤਾਂ ਪਹਿਲੇ 'ਚ 0.5 ਘਟਾਓ ਔਰ ਦੂਜੇ 0.5 ਜੋੜ ਦਿਓ। ਸੋ ਉਸੇ ਤਰੀਕੇ ਦੇ ਨਾਲ ਹੁਣ ਅਸੀਂ ਅਗਰ ਆਪਾਂ ਇਹਨੂੰ ਮੋਡ ਨੂੰ ਕੱਢਣਾ ਸ਼ੁਰੂ ਕਰਾਂਗੇ ਤਾਂ ਮੋਡ ਨੂੰ ਕੱਢਣ ਦੇ ਲਈ ਅਸੀਂ ਕੀ ਕਰਾਂਗੇ, ਸਭ ਤੋਂ ਪਹਿਲਾਂ ਮੋਡ ਦਾ ਮਤਲਬ ਹੁੰਦਾ ਕਿ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਵਾਰ ਆ ਰਹੀ ਹੈ, ਸਭ ਤੋਂ ਜ਼ਿਆਦਾ ਵਾਰ ਆ ਰਹੀ ਹੈ। ਅਤੇ ਜਿਹੜੀ ਚੀਜ਼ ਸਭ ਤੋਂ ਜ਼ਿਆਦਾ ਵਾਰ ਆ ਰਹੀ ਹੈ ਉਹਨੂੰ ਅਸੀਂ ਮੋਡ ਕਹਿ ਦਿੰਦੇ ਹਾਂ। ਹੁਣ ਇਹਦੇ 'ਚ ਆਪਾਂ ਦੇਖਾਂਗੇ ਕਿ ਇਹਦਾ ਮਤਲਬ ਹੈ ਕਿ 0 ਤੋਂ 20 10 ਵਾਰੀ ਆ ਰਿਹਾ, 20 ਤੋਂ 40 35 ਵਾਰ ਆ ਰਿਹਾ, 40 ਤੋਂ 60 52 ਵਾਰ ਆ ਰਿਹਾ, 60 ਤੋਂ 80 61 ਵਾਰ ਆ ਰਿਹਾ ਔਰ 80 ਤੋਂ 100 38 ਵਾਰ, 100 ਤੋਂ 120 29 ਵਾਰ। ਮਤਲਬ ਇਹਦਾ ਮਤਲਬ ਕਿ ਇੰਨੇ ਬੱਚੇ ਆ ਜਿਹੜੇ ਇਸ ਇੰਟਰਵਲ 'ਚ, ਜਿਵੇਂ 60 ਤੋਂ 80 ਵਾਲੇ ਬੱਚੇ ਸਭ ਤੋਂ ਜ਼ਿਆਦਾ ਨੇ, ਇਹਨੂੰ ਅਸੀਂ ਨੰਬਰ ਦੇ ਦਾਂਗੇ F1। ਜਿਵੇਂ ਸਾਡਾ ਡਾਟਾ ਕਲੀਅਰ ਹੈ, F1 ਚਾਹੀਦਾ। ਸੋ 60 ਤੋਂ 80 ਸਾਡਾ F1 ਹੋ ਗਿਆ, F1 ਹੋ ਗਿਆ ਜਿਹੜੀ ਸਾਡੀ ਮੇਨ ਚੀਜ਼ ਆ ਔਰ ਇਹੀ ਸਾਡੀ ਮੋਡਲ ਕਲਾਸ ਬਣ ਜਾਂਦੀ ਹੈ। 60 ਤੋਂ 80, 60 ਤੋਂ 80 ਇਹੀ ਤੁਹਾਡੀ ਮੋਡਲ ਕਲਾਸ ਬਣ ਜਾਂਦੀ। ਕਈ ਵਾਰ ਇੱਕ ਨੰਬਰ ਦਾ ਕੁਐਸਚਨ ਆ ਜਾਂਦਾ ਮੋਡਲ ਕਲਾਸ ਦੱਸੋ, ਜਿਹੜੀ F1 ਹੁੰਦੀ ਹੈ ਸਭ ਤੋਂ ਵੱਧ ਫ੍ਰੀਕੁਐਂਸੀ ਲਈ ਆਪਾਂ ਲੈ ਲੈਣੀ ਕਿਉਂਕਿ ਮੋਡ ਦਾ ਮਤਲਬ ਸਭ ਤੋਂ ਵੱਧ ਫ੍ਰੀਕੁਐਂਸੀ ਹੁੰਦੀ ਹੈ। ਹੁਣ ਸਾਨੂੰ F0 F2 ਚਾਹੀਦਾ। ਸੋ F1 ਤੋਂ ਬਾਅਦ ਅਸੀਂ F0 ਕੱਢਣਾ। ਇਹਦੇ ਤੋਂ ਜਿਹੜਾ ਵੀ ਤੁਹਾਨੂੰ ਗਿਣਤੀ ਪਤਾ ਹੀ ਹੈ। ਹੁਣ ਇਹਦੇ ਵਿੱਚ ਕੀ ਹੈ, ਜਿਹੜਾ ਨੰਬਰ ਇਸ ਤੋਂ ਪਿੱਛੇ ਹੋਏਗਾ 0 ਤੋਂ ਪਿੱਛੇ 1 ਤੋਂ ਪਿੱਛੇ 0, ਜਿਹੜਾ ਅੱਗੇ ਹੋਏਗਾ ਉਹ ਹੋਏਗਾ ਤੁਹਾਡਾ F2। ਉਸ ਤੋਂ ਬਾਅਦ F1 ਵੀ ਨਿਕਲ ਗਿਆ, F0 ਵੀ ਨਿਕਲ ਗਿਆ, F2 ਵੀ ਨਿਕਲ ਗਿਆ। ਹੁਣ ਅਸੀਂ ਫਾਰਮੂਲੇ ਦੇਖਿਆ ਜਿਵੇਂ ਸਾਨੂੰ ਹੁਣ ਹੋਰ ਕੀ ਚਾਹੀਦਾ, L ਚਾਹੀਦਾ। ਇਸ ਕੁਐਸਚਨ ਦੇ ਵਿੱਚ L ਚਾਹੀਦਾ ਅਤੇ H ਚਾਹੀਦਾ। ਹੁਣ L ਤੁਹਾਨੂੰ ਪਤਾ ਹੀ ਹੈ ਹਰ ਕੁਐਸਚਨ 'ਚ ਮੀਨ 'ਚ ਵੀ ਕੀਤਾ, ਮੀਡੀਅਨ 'ਚ ਵੀ, ਮੋਡ 'ਚ ਵੀ। ਜਿਹੜੀ ਲਾਈਨ ਆਪਾਂ ਸਿਲੈਕਟ ਕਰਦੇ ਹਾਂ ਉਹਦਾ ਜਿਹੜਾ ਸਭ ਤੋਂ ਪਹਿਲਾ ਐਲੀਮੈਂਟ ਹੁੰਦਾ ਉਹ L ਹੁੰਦਾ। ਜਿਵੇਂ ਇਸ ਲਾਈਨ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਤੁਹਾਡਾ ਐਲੀਮੈਂਟ ਆਏਗਾ ਕਿਹੜਾ, ਪਹਿਲੀ ਲਾਈਨ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਵਰਡ ਆ
ਉਹ ਤੁਹਾਡਾ ਕਿੰਨਾ ਹੋਏਗਾ 60 ਹੋਏਗਾ। ਸੋ ਤੁਹਾਡੇ ਜਿਹੜੀ ਐਲ ਦੀ ਵੈਲਿਊ ਆ ਗਈ ਉਹ ਕਿੰਨੀ ਆ ਗਈ 60। ਉਸੇ ਤਰ੍ਹਾਂ ਤੁਹਾਡੀ F1 ਦੀ ਵੈਲਿਊ ਆਪਾਂ ਦੇਖ ਲੈਣੀ। F1 ਦੀ ਵੈਲਿਊ ਕਿੰਨੀ ਹੈ, ਐਲ ਕਿੰਨਾ, ਐਚ ਕਿੰਨਾ। ਸੋ F1 ਆਪਾਂ ਆਲਰੇਡੀ ਕੱਢ ਚੁੱਕੇ ਹਾਂ ਕਿੰਨਾ 61 ਅਤੇ F2 ਤੁਹਾਡਾ ਹੈਗਾ ਵਾ 38, F0 ਹੈਗਾ ਤੁਹਾਡਾ 52। ਉਸੇ ਤਰੀਕੇ ਦੇ ਨਾਲ ਅਸੀਂ ਇਹਦੇ ਵਿੱਚ ਹੁਣ ਸਾਡੀ ਕੀ ਰਹਿ ਗਿਆ, ਸਿਰਫ ਐਚ ਰਹਿ ਗਿਆ ਕੱਢਣ ਵਾਲਾ। ਸੋ ਐਚ ਤੁਹਾਨੂੰ ਪਤਾ ਕਲਾਸ ਹਾਈਟ ਹੁੰਦੀ ਆ, ਸਾਨੂੰ ਅੱਗੇ ਪਿੱਛੇ ਨਾ ਕੋਈ ਮਤਲਬ ਨਹੀਂ, ਮੋਸਟਲੀ ਤੁਹਾਡੇ ਇੰਟਰਵਲ ਬਰਾਬਰ ਹੁੰਦੇ, ਪਰ ਇਸ ਕੁਐਸਚਨ ਜਿਹੜਾ ਐਚ ਹੈ ਤੁਹਾਡਾ ਆ ਜਾਏਗਾ 20, 60 ਤੋਂ 80। 60 ਤੋਂ 80 ਦੇ ਵਿੱਚ ਜਿਹੜਾ ਫਰਕ ਆ ਉਹ 20 ਦਾ। ਸਾਡੀ ਜਿਹੜੀ ਕਲਾਸ ਦੀ ਹਾਈਟ ਆ ਉਹ ਆ ਜਾਏਗੀ 20। ਸੋ ਐਚ ਨੂੰ ਅਸੀਂ 20 ਲੈ ਲਾਂਗੇ। ਸਾਨੂੰ ਸਾਰੀ ਵੈਲਿਊਜ਼ ਮਿਲ ਗਈਆਂ। ਹੁਣ ਜਿਹੜੀਆਂ ਸਾਨੂੰ ਸਾਰੀਆਂ ਇਹ ਵੈਲਿਊ ਮਿਲ ਗਈਆਂ ਹੁਣ ਸਾਨੂੰ ਇਹ ਸਾਰੀਆਂ ਵੈਲਿਊ ਅਸੀਂ ਇਸ ਤੋਂ ਬਾਅਦ ਆਪਣੇ ਫਾਰਮੂਲੇ ਵਿੱਚ ਪੁੱਟ ਕਰਨੀ ਸ਼ੁਰੂ ਕਰਾਂਗੇ। ਦੇਖੋ ਅਸੀਂ ਹੁਣ ਫਾਰਮੂਲਾ ਆਪਣਾ ਲਿਖਣਾ ਸ਼ੁਰੂ ਕਰਾਂਗੇ। ਇਸ ਤੋਂ ਬਾਅਦ ਜਿਹੜਾ ਮੋਡ ਹੈ ਬਹੁਤ ਇੰਪੋਰਟੈਂਟ ਟੌਪਿਕ ਆ। ਹੁਣ ਅਸੀਂ ਸਾਰੀ ਵੈਲਿਊ ਇਹਦੇ 'ਚ ਆਪਾਂ ਨਿਕਾਲ ਚੁੱਕੇ ਹਾਂ। ਸੋ ਵੈਲਿਊ ਨਿਕਾਲਣ ਤੋਂ ਬਾਅਦ F1, F0, F2 ਇੰਟੂ H ਇਹ ਸਾਰੀ ਵੈਲਿਊ ਇਸ 'ਚ ਪੁੱਟ ਕਰ ਦਿੰਦੇ ਹਾਂ। ਸੋ ਇਹ ਆ ਗਿਆ ਮੋਡ ਇਜ਼ ਇਕੁਅਲ ਟੂ Z ਦੇ ਨਾਲ ਆਪਾਂ ਡਿਨੋਟ ਕਰਦੇ ਹਾਂ। ਕਈ ਬੱਚਿਆਂ ਨੂੰ ਮਿਸਪਰਸੈਪਸ਼ਨ ਹੁੰਦੀ ਹੈ ਕਿ ਮਤਲਬ M ਦਾ ਮੋਡ M ਨਾਲ ਸਟਾਰਟ ਹੁੰਦਾ ਤਾਂ ਇਹਦਾ M ਹੋਏਗਾ, ਨਹੀਂ, ਇਹ Z ਨਾਲ ਹੁੰਦਾ। ਸੋ ਪਹਿਲਾਂ L ਦੀ ਵੈਲਿਊ ਕਿੰਨੀ ਹੈ 60 ਪਲੱਸ F1 ਦੀ ਵੈਲਿਊ ਦੇਖੋ ਸਾਰੇ 61 ਮਾਈਨਸ F0 ਦੀ ਵੈਲਿਊ 52 ਓਵਰ 2F1 2 ਇੰਟੂ 61 ਮਾਈਨਸ F0 ਕਿੰਨਾ ਵਾ ਤੁਹਾਡਾ 52 ਮਾਈਨਸ F2 38 ਇੰਟੂ H ਹੈ ਤੁਹਾਡਾ 20। ਬਸ ਇਹਨੂੰ ਸੋਲਵ ਕਰੋ ਬੇਟਾ। ਮੋਰਲੀ ਚੀਜ਼ ਤੁਹਾਨੂੰ ਦੱਸਿਆ ਆਲਰੇਡੀ ਆਪਾਂ ਕਦੀ ਨਹੀਂ ਪੰਗਾ ਲੈਣਾ ਇਹਦਾ ਨਾ। 60 ਨੂੰ 60 ਲਿਖ ਲਓ। 61 ਵਿੱਚੋਂ 52 ਕੱਢੇ ਆ ਗਏ 9 ਓਵਰ 61 ਦੂਣਾ 122 ਮਾਈਨਸ 52 ਪਹਿਲਾਂ ਇਹ 'ਚੋਂ 52 ਨਿਕਾਲ ਦਾਂਗੇ ਮਾਈਨਸ 38 ਫਿਰ ਇਹ 'ਚੋਂ 38 ਮਾਈਨਸ ਕਰ ਦਾਂਗੇ। ਜਿੰਨਾ ਆਏਗਾ ਉਹਨੂੰ ਅਸੀਂ ਉੱਪਰ ਵਾਲੇ ਟਰਮ ਨੂੰ 20 ਨਾਲ ਗੁਣਾ ਕਰ ਦਾਂਗੇ। ਸੋ ਉਸੇ ਤਰੀਕੇ ਨਾਲ Z ਤੁਹਾਡਾ ਆ ਗਿਆ 60 ਪਲੱਸ 9 ਓਵਰ 120 ਚੋਂ ਪਹਿਲਾਂ 52 ਕੱਢੇ ਆ ਗਏ 70, 70 ਵਿੱਚੋਂ 38 ਕੱਢੇ ਤਾਂ ਆ ਗਏ ਤੁਹਾਡੇ 32 ਇੰਟੂ 20। ਸੋ ਕਟਿੰਗ ਹੋ ਗਈ 4 ਦੇ ਪੜ੍ਹਤੇ 4 5 20 8 ਚੌਕਾ 32। ਸੋ Z ਆ ਗਿਆ ਤੁਹਾਡਾ 60 ਪਲੱਸ 45 ਓਵਰ 8। ਹੁਣ ਅਸੀਂ 60 ਨੂੰ ਛੇੜਨਾ ਨਹੀਂ ਬੇਟਾ ਕਦੀ ਵੀ, ਹਮੇਸ਼ਾ 45 ਓਵਰ 8 ਨੂੰ ਅਸੀਂ ਆਪਣੇ ਆਪ ਅਸੀਂ ਡਿਵਾਈਡ ਕਰ ਲੈਣਾ। 45 ਓਵਰ 8 ਨੂੰ ਸਾਨੂੰ ਪਤਾ ਲੱਗ ਗਿਆ 8 5 40 ਅਤੇ ਉਸ ਤੋਂ ਬਾਅਦ 'ਚ 50 8 6 48 ਮਤਲਬ 5.6 ਇਹ ਆ ਗਿਆ ਤੁਹਾਡਾ 5.6। ਤੁਸੀਂ ਆਪ ਵੀ ਡਿਵਾਈਡ ਕਰਕੇ ਪਤਾ ਲਗਾ ਸਕਦੇ ਹੋ। ਸੋ Z ਆ ਗਿਆ ਤੁਹਾਡਾ 60 ਤੇ 5 65.6। ਹਮੇਸ਼ਾ ਬ੍ਰੈਕਟ ਤੁਹਾਨੂੰ ਕਿਹਾ ਇੱਕ ਅੱਧੇ ਪੁਆਇੰਟ ਅੱਗੇ ਵੀ ਅੱਗੇ ਪਿੱਛੇ ਹੋ ਜਾਂਦਾ, ਅਪਰੋਕਸੀਮੇਟ ਲਿਖ ਦਿਓ ਅਤੇ ਇਹ ਤੁਹਾਡੇ ਪੂਰੇ ਸਟੈਪ ਹੋ ਗਏ। ਇੱਕ ਵੀ ਨੰਬਰ ਨਹੀਂ ਕੱਟੇਗਾ, 6 ਚੋਂ 6 ਪੂਰੇ ਮਿਲਣਗੇ। ਇਹਨੂੰ ਤੁਸੀਂ ਭਾਵੇਂ ਸਕਰੀਨਸ਼ਾਟ ਲੈ ਕੇ ਰੱਖ ਲਓ, ਇਹਨੂੰ ਐਜ਼ ਆ ਤੁਸੀਂ ਇਹਨੂੰ ਬਲੂ ਪ੍ਰਿੰਟ ਰੱਖ ਸਕਦੇ ਹੋ। ਸੋ ਇਸੇ ਤਰੀਕੇ ਨਾਲ ਤੁਸੀਂ ਕੋਈ ਵੀ ਮੋਡ ਦਾ ਕੁਐਸਚਨ ਸੇਮ ਇਹੀ ਮੈਥਡੋਲੋਜੀ ਲਾਉਣੀ ਹੈ F1 F0 F2 ਨਿਕਾਲ ਕੇ ਅਤੇ ਆਪਣਾ ਮੋਡ ਦਾ ਜਿਹੜਾ ਕੁਐਸਚਨ ਹੈ ਉਹਨੂੰ ਖਤਮ ਕਰ ਸਕਦੇ। ਥੈਂਕ ਯੂ।